ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵੇਖਣ ਦੇ ਲਈ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਦਰਸ਼ਕਾਂ ਨੂੰ TWR ਪਰਿਵਾਰ ਦੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ। ਤੁਹਾਡਾ ਸਭਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਹੁਣ ਤੱਕ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 11 ਅਧਿਆਇਆਂ ਦੇ ਉੱਤੇ ਸਿੱਖਿਆ ਨੂੰ ਪ੍ਰਾਪਤ ਕੀਤਾ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਨੂੰ ਵੇਖ ਰਹੇ ਸੀ, ਜਿਸ ਨੂੰ ਪਰਮੇਸ਼ਰ ਨੇ ਆਪਣੇ ਸਵਰਗਦੂਤ ਜਬਰਾਇਲ ਦੇ ਜ਼ਰੀਏ ਉਸ ਨੂੰ ਦੱਸਿਆ ਸੀ। ਅਸੀਂ ਦਾਨੀਏਲ ਦੀ ਭਵਿੱਖਬਾਣੀ ਦੀਆਂ ਗੱਲਾਂ ਨੂੰ ਇਤਿਹਾਸ ਦੀ ਗੱਲਾਂ ਦੇ ਨਾਲ ਮਿਲਾ ਕੇ ਵੇਖਿਆ। ਅਸੀਂ ਜਾਣਿਆ ਕਿ ਦਾਨੀਏਲ ਨਬੀ ਦੀ ਭਵਿੱਖਬਾਣੀ ਦੀ ਬਹੁਤ ਸਾਰੀਆਂ ਗੱਲਾਂ ਪੂਰੀਆਂ ਹੋ ਗਈਆਂ ਹਨ ਅਤੇ ਜਿਹੜੀਆਂ ਗੱਲਾਂ ਦਾ ਪੂਰਾ ਹੋਣਾ ਬਾਕੀ ਹੈ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਉਹਨਾਂ ਨੂੰ ਵੀ ਜ਼ਰੂਰ ਪੂਰਾ ਕਰੇਗਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 11ਵੇਂ ਅਧਿਆਇ ਦੀ 36 ਆਇਤ ਤੋਂ ਅੱਗੇ ਸਿੱਖਣਾ ਸ਼ੁਰੂ ਕਰਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦਾ ਮੁੱਖ ਵਿਸ਼ਾ ਹਰਮਗਿਦੋਨ ਦੀ ਲੜਾਈ ਦੇ ਬਾਰੇ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੈ। ਹਰਮਗਿਦੋਨ ਦੇ ਯੁੱਧ ਦੀ ਤਿਆਰੀ। ਨੰਬਰ 2, ਹਰਮਗਿਦੋਨ ਦੇ ਯੁੱਧ ਦਾ ਸਥਾਨ। ਨੰਬਰ 3, ਹਰਮਗਿਦੋਨ ਦੇ ਯੁੱਧ ਦਾ ਮਕਸਦ। ਨੰਬਰ 4, ਹਰਮਗਿਦੋਨ ਦੇ ਯੁੱਧ ਵਿੱਚ ਹਿੱਸਾ ਲੈਣ ਵਾਲੇ। ਇਸ ਦੇ ਵਿੱਚ ਅਸੀਂ ਵੇਖਾਂਗੇ 10 ਪਾਤਸ਼ਾਹੀਆਂ ਦਾ ਇੱਕ ਸੰਘ, ਉੱਤਰੀ ਸੰਘ, ਏਸ਼ੀਅਨ ਸੰਘ, ਪ੍ਰਭੂ ਅਤੇ ਉਸ ਦੀਆਂ ਫੌਜਾਂ ਦਾ ਸੰਘ, ਇਜ਼ਰਾਈਲ ਦੇਸ਼। ਨੰਬਰ 5, ਹਰਮਗਿਦੋਨ ਦੇ ਯੁੱਧ ਦਾ ਕਾਰਜਕ੍ਰਮ। ਇਸ ਦੇ ਅਧੀਨ ਅਸੀਂ ਜਿਨ੍ਹਾਂ ਗੱਲਾਂ ਦੇ ਉੱਤੇ ਗੌਰ ਕਰਾਂਗੇ ਉਹ ਹਨ ਝੂਠੇ ਮਸੀਹ ਅਤੇ ਇਜ਼ਰਾਈਲ ਦੇ ਵਿਚਕਾਰ ਇੱਕ ਨੇਮ। ਉੱਤਰ ਹਮਲਾ ਕਰਦਾ ਹੈ, ਦੱਖਣ ਹਮਲਾ ਕਰਦਾ ਹੈ, ਝੂਠਾ ਮਸੀਹ ਫਾਇਦਾ ਚੁੱਕਦਾ ਹੈ, ਏਸ਼ੀਆ ਵਾਲਿਆਂ ਦਾ ਹਮਲਾ ਕਰਨਾ, ਪ੍ਰਭੂ ਅਤੇ ਉਸ ਦੀਆਂ ਫੌਜਾਂ ਦਾ ਪਹੁੰਚਣਾ। ਸੋ ਦੋਸਤੋ, ਆਓ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਹਰਮਗਿਦੋਨ ਦਾ ਯੁੱਧ। ਦਾਨੀਏਲ 11 ਅਧਿਆਇ 36 ਵਚਨ। ਅਤੇ ਰਾਜਾ ਆਪਣੀ ਇੱਛਾ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਔਰ ਆਪਣੇ ਆਪ ਨੂੰ ਸਾਰੇ ਦਿਉਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ਵਰਾਂ ਦੇ ਪਰਮੇਸ਼ਰ ਦੇ ਵਿਰੁੱਧ ਢੇਰ ਸਾਰੀਆਂ ਅਚਰਜ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ, ਇੱਥੋਂ ਤੋੜੀ ਜੋ ਕ੍ਰੋਧ ਦੇ ਦਿਨ ਪੂਰੇ ਹੋਣ, ਕਿਉਂਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ। ਦਾਨੀਏਲ 12 ਅਧਿਆਇ 1 ਵਚਨ। ਉਸ ਵੇਲੇ ਮਿਕਾਇਲ, ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ, ਉੱਠੇਗਾ ਅਤੇ ਅਜਿਹੀ ਬਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੀ ਨਹੀਂ ਹੋਇਆ ਸੀ। ਅਤੇ ਉਸ ਵੇਲੇ ਤੇਰੇ ਲੋਕਾਂ ਵਿੱਚੋਂ ਹਰ ਕੋਈ ਜਿਹਦਾ ਨਾਮ ਪੋਥੀ ਵਿੱਚ ਲਿਖਿਆ ਹੋਵੇਗਾ ਸੋ ਛੁੱਟੇਗਾ। ਨੰਬਰ 1, ਹਰਮਗਿਦੋਨ ਦੇ ਯੁੱਧ ਦੀ ਤਿਆਰੀ। ਨੰਬਰ 2, ਹਰਮਗਿਦੋਨ ਦੇ ਯੁੱਧ ਦੀ ਥਾਂ। ਨੰਬਰ 3, ਹਰਮਗਿਦੋਨ ਦੇ ਯੁੱਧ ਦਾ ਮਕਸਦ। ਨੰਬਰ 4, ਹਰਮਗਿਦੋਨ ਦੇ ਯੁੱਧ ਵਿੱਚ ਹਿੱਸਾ ਲੈਣ ਵਾਲੇ। ਭਾਗ ਊੜਾ 10 ਪਾਤਸ਼ਾਹੀਆਂ ਦਾ ਇੱਕ ਸੰਘ। ਭਾਗ ਐੜਾ ਉੱਤਰੀ ਸੰਘ। ਭਾਗ ਈੜੀ ਏਸ਼ੀਅਨ ਸੰਘ। ਭਾਗ ਸੱਸਾ ਪ੍ਰਭੂ ਅਤੇ ਉਸ ਦੀਆਂ ਫੌਜਾਂ। ਭਾਗ ਹਾਹਾ ਇਸਰਾਏਲ ਦੇਸ਼। ਨੰਬਰ 5, ਹਰਮਗਿਦੋਨ ਦੇ ਯੁੱਧ ਦਾ ਕਾਰਜਕ੍ਰਮ। ਭਾਗ ਊੜਾ ਝੂਠੇ ਮਸੀਹ ਅਤੇ ਇਸਰਾਏਲ ਦਰਮਿਆਨ ਇੱਕ ਨੇਮ। ਭਾਗ ਐੜਾ ਉੱਤਰ ਹਮਲਾ ਕਰਦਾ ਹੈ। ਭਾਗ ਈੜੀ ਦੱਖਣ ਹਮਲਾ ਕਰਦਾ ਹੈ। ਭਾਗ ਸੱਸਾ ਝੂਠਾ ਮਸੀਹ ਫਾਇਦਾ ਉਠਾਉਂਦਾ ਹੈ। ਭਾਗ ਹਾਹਾ ਏਸ਼ੀਆ ਵਾਲਿਆਂ ਦਾ ਹਮਲਾ ਕਰਨਾ। ਭਾਗ ਕੱਕਾ ਪ੍ਰਭੂ ਅਤੇ ਉਸ ਦੀਆਂ ਫੌਜਾਂ ਦਾ ਪਹੁੰਚਣਾ। ਜ਼ਰਮੀਆ ਨਬੀ ਦੇ ਸਮੇਂ ਵਿੱਚ ਵੀ ਉਹ ਗੀਤ ਗਾਉਂਦੇ ਸਨ ਜਿਵੇਂ ਅੱਜ ਅਸੀਂ ਗਾਉਂਦੇ ਹਾਂ। ਜ਼ਰਮੀਆ ਆਪਣੀ ਕਿਤਾਬ ਦੇ 6ਵੇਂ ਅਧਿਆਇ ਵਿੱਚ ਕਹਿੰਦਾ ਹੈ ਕਿ ਉਸ ਸਮੇਂ ਵੀ ਲੋਕ ਸ਼ਾਂਤੀ ਬਾਰੇ ਉਨੇ ਹੀ ਚਿੰਤਤ ਸਨ ਜਿੰਨੇ ਕਿ ਅੱਜ ਅਸੀਂ ਹਾਂ, ਕਿਉਂਕਿ ਉਹ ਆਖਦੇ ਸਨ
ਸ਼ਾਂਤੀ ਸ਼ਾਂਤੀ, ਪਰ ਸ਼ਾਂਤੀ ਹੈ ਨਹੀਂ। ਪਹਿਲਾ ਤਸਲੋਨੀਕੀਆਂ ਦੀ ਪੱਤਰੀ 5 ਅਧਿਆਏ 3 ਐਤ ਵਿੱਚ ਪਾਲੂਸ ਨੇ ਤਸਲੋਨੀਕੀਆਂ ਨੂੰ ਲਿਖਿਆ ਹੈ ਅਤੇ ਉਹ ਹਵਾਲਾ ਦਿੰਦਾ ਹੈ ਸਾਫ਼ ਤੌਰ ਤੇ ਉਸ ਦੇ ਰਵੱਈਏ ਨਾਲ। ਜਦੋਂ ਉਹ ਲਿਖਦਾ ਹੈ, ਜਦ ਲੋਕ ਆਖਦੇ ਹੋਣਗੇ ਭਾਈ ਅਮਨ ਚੈਨ ਅਤੇ ਸੁਖ ਸਾਧ ਹੈ, ਤਾਂ ਜਿਵੇਂ ਗਰਭਵਤੀ ਇਸਤਰੀ ਨੂੰ ਪੀੜਾਂ ਲੱਗਦੀਆਂ ਹਨ, ਤਿਵੇਂ ਉਹਨਾਂ ਦਾ ਅਚਾਨਕ ਨਾਸ਼ ਹੋ ਜਾਵੇਗਾ ਅਤੇ ਉਹ ਕਦੀ ਨਾ ਬਚਣਗੇ। ਸਾਡੇ ਲਈ ਮੁੜ ਕੇ ਆਪਣੇ ਦੇਸ਼ ਅਤੇ ਆਪਣੇ ਰਾਸ਼ਟਰ ਅਤੇ ਅਸਲ ਵਿੱਚ ਸੰਸਾਰ ਦੇ ਸਾਰੇ ਦੇਸ਼ਾਂ ਤੇ ਨਜ਼ਰ ਮਾਰਨਾ ਅਤੇ ਇਸ ਗੱਲ ਦਾ ਅਹਿਸਾਸ ਕਰਨਾ ਦਿਲਚਸਪ ਗੱਲ ਹੈ ਕਿ ਸ਼ਾਂਤੀ ਦੇ ਵਿਸ਼ੇ ਨਾਲੋਂ ਮਹੱਤਵਪੂਰਨ ਵਿਸ਼ਾ ਹੁਣ ਤੱਕ ਹੋਰ ਕੋਈ ਨਹੀਂ ਰਿਹਾ ਅਤੇ ਇਸ ਦੇ ਨਾਲ ਨਾਲ ਕੋਈ ਵੀ ਇਹੋ ਜਿਹੀ ਖੂਬੀ ਨਹੀਂ ਰਹੀ ਜੋ ਕਿ ਸ਼ਾਂਤੀ ਨਾਲੋਂ ਜ਼ਿਆਦਾ ਤਿਲਕਵੀਂ ਹੋਵੇ। ਅਸਲ ਵਿੱਚ ਸਾਡੇ ਦੇਸ਼ ਵਿੱਚ ਅਸੀਂ ਇਸ ਦੀ ਸ਼ੁਰੂਆਤ ਤੋਂ ਯੁੱਧ ਦੀ ਔਸਤ ਕੱਢੀ ਹੈ। ਹਰ 25 ਸਾਲ ਬਾਅਦ 1776 ਵਿੱਚ ਆਜ਼ਾਦੀ ਦੇ ਯੁੱਧ ਤੋਂ ਸ਼ੁਰੂਆਤ ਕਰਦਿਆਂ 1850 ਦਾ ਯੁੱਧ, 1845 ਦਾ ਮੈਸਕੀਨ ਯੁੱਧ, 1861 ਤੋਂ 1865 ਤੱਕ ਗ੍ਰਹਿ ਯੁੱਧ, ਸਪੈਨਿਸ਼ ਅਮਰੀਕੀ ਯੁੱਧ, ਪਹਿਲਾ ਵਿਸ਼ਵ ਯੁੱਧ, ਦੂਜਾ ਵਿਸ਼ਵ ਯੁੱਧ, ਕੋਰੀਆ ਦੀ ਲੜਾਈ, ਵੀਅਤਨਾਮ ਦਾ ਯੁੱਧ ਅਤੇ ਤੁਸੀਂ ਕਿੰਨੇ ਹੀ ਗਿਣ ਸਕਦੇ ਹੋ। ਜਦੋਂ ਤੁਸੀਂ ਮੁੜ ਕੇ ਸਾਡੇ ਦੇਸ਼ ਵੱਲ ਝਾਤੀ ਮਾਰਦੇ ਹੋ, ਇਹ ਦੇਸ਼ ਲੜਾਈਆਂ ਝਗੜਿਆਂ ਦਾ ਦੇਸ਼ ਰਿਹਾ ਹੈ। ਸ਼ਾਇਦ ਹੀ ਕਿਤੇ ਕੋਈ ਇੱਕ ਇਹੋ ਜਿਹੀ ਪੀੜ੍ਹੀ ਹੋਵੇ ਜਿਸ ਵਿੱਚ ਔਕਤੀ ਜਾਂ ਕਹਿੰਦੇ ਕਹਾਉਂਦੇ ਮਸੀਹੀ ਦੇਸ਼ ਨੇ ਯੁੱਧ ਵਿੱਚ ਇਸ ਦੇ ਨੌਜਵਾਨਾਂ ਨੂੰ ਨਾ ਭੇਜਿਆ ਹੋਵੇ। ਲਿਖਤਾਂ ਸਾਬਤ ਕਰਦੀਆਂ ਹਨ, ਜੇ ਤੁਸੀਂ ਬੜੇ ਧਿਆਨ ਨਾਲ ਉਹਨਾਂ ਦਾ ਅਧਿਐਨ ਕਰੋ, ਕਿ ਸੰਸਾਰ ਦਾ ਇਤਿਹਾਸ ਉਹਨਾਂ ਲੱਖਾਂ ਕਰੋੜਾਂ ਲੋਕਾਂ ਦੇ ਖੂਨ ਨਾਲ ਲਿਖਿਆ ਗਿਆ ਹੈ ਜੋ ਯੁੱਧ ਦੇ ਮੈਦਾਨ ਵਿੱਚ ਮਰ ਗਏ ਅਤੇ ਹੋਰ ਕਈ ਕਰੋੜਾਂ ਲੋਕ ਉਹਨਾਂ ਦੇ ਪਿੱਛੇ ਜਾ ਰਹੇ ਹਨ। ਸੰਸਾਰ ਯੁੱਧ ਦਾ ਸੰਸਾਰ ਹੈ। ਇਹ ਸਾਡੇ ਲਈ ਅਜਨਬੀ ਨਹੀਂ ਹੈ ਅਤੇ ਸਾਡੇ ਵਿੱਚੋਂ ਇੱਥੇ ਕੋਈ ਇੱਕ ਵੀ ਨਹੀਂ ਹੈ ਜੋ ਇਸ ਬਾਰੇ ਕੁਝ ਨਾ ਜਾਣਦਾ ਹੋਵੇ। ਸਗੋਂ ਸਾਡੇ ਆਪਣੇ ਪਰਿਵਾਰਾਂ ਵਿੱਚ ਲੋਕ ਜਿਹੜੇ ਵੱਡੇ ਪਰਿਵਾਰਾਂ ਦਾ ਹਿੱਸਾ ਰਹੇ ਹਨ, ਉਹਨਾਂ ਵਿੱਚੋਂ ਕਈ ਫੌਜ ਵਿੱਚ ਰਹਿ ਚੁੱਕੇ ਹਨ। ਤੁਹਾਡੇ ਵਿੱਚੋਂ ਹੀ ਕਈ ਫੌਜ ਵਿੱਚ ਰਹਿ ਚੁੱਕੇ ਹਨ। ਜੋ ਕੁਝ ਵੀ ਅਸੀਂ ਯੁੱਧ ਬਾਰੇ ਜਾਣਦੇ ਹਾਂ ਅਤੇ ਸੰਸਾਰ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਇਸ ਦੇ ਫੌਜੀ ਤਰੀਕੇ ਬਾਰੇ ਸਮਝਦੇ ਹਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜੋ ਅਸੀਂ ਕਹਿ ਸਕੀਏ ਕਿ ਇਸ ਦੀ ਤੁਲਨਾ ਕਿਸੇ ਨਾ ਕਿਸੇ ਦਿਨ ਹੋਣ ਵਾਲੇ ਯੁੱਧ, ਉਹ ਯੁੱਧ ਜਿਹੜਾ ਸਾਰੀਆਂ ਲੜਾਈਆਂ ਨੂੰ ਖਤਮ ਕਰ ਦੇਵੇਗਾ, ਨਾਲ ਕੀਤੀ ਜਾ ਸਕਦੀ ਹੈ। ਪਵਿੱਤਰ ਵਚਨ ਹਰ ਜਗ੍ਹਾ ਬਾਈਬਲ ਦੇ ਵਿਦਿਆਰਥੀ ਇਸ ਦਾ ਹਰਮਗਦੋਨ ਦੇ ਯੁੱਧ ਵਜੋਂ ਹਵਾਲਾ ਦਿੰਦੇ ਹਨ। ਇਸ ਦਾ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਇਤਿਹਾਸ ਨੂੰ ਕਿਵੇਂ ਪੜ੍ਹਦਾ ਜਾਂ ਭਵਿੱਖ ਤੇ ਕਿਵੇਂ ਵਿਚਾਰ ਕਰਦਾ ਹੈ। ਸਾਰੇ ਸੂਝਵਾਨ ਮਨੁੱਖ ਸਮਝਦੇ ਹਨ ਕਿ ਇਹ ਸੰਸਾਰ ਇੱਕ ਸੰਘਰਸ਼ ਦੀ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਉਹ ਸੰਘਰਸ਼ ਦੀ ਦਿਸ਼ਾ ਤਬਾਹੀ ਦੀ ਸੰਘਰਸ਼ ਦੀ ਦਿਸ਼ਾ ਹੈ। ਜਦੋਂ ਅਸੀਂ ਆਪਣੀਆਂ ਬਾਈਬਲਾਂ ਖੋਲ੍ਹਦੇ ਹਾਂ ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਬਾਈਬਲ ਆਖਰੀ ਯੁੱਧ ਬਾਰੇ ਬਹੁਤ ਕੁਝ ਕਹਿੰਦੀ ਹੈ। ਬਾਈਬਲ ਕਹਿੰਦੀ ਹੈ ਕਿ ਨਾਸ਼ ਆਧੁਨਿਕ ਸਮਾਜ ਤੇ ਪਰਦਾ ਗਿਰਾ ਦੇਵੇਗਾ ਅਤੇ ਯਕੀਨਨ ਇਹ ਹਰਮਗਦੋਨ ਦੇ ਯੁੱਧ ਦੀ ਭਵਿੱਖਬਾਣੀ ਹੈ। ਹੁਣ ਸੰਸਾਰ ਦੀ ਲੜਾਈ ਦੇ ਅੰਤ ਸੰਬੰਧੀ ਮੁੱਢਲਾ ਪ੍ਰਕਾਸ਼ ਸਾਨੂੰ ਪ੍ਰਕਾਸ਼ ਦੀ ਪੋਥੀ ਦੇ 16ਵੇਂ ਅਧਿਆਏ ਵਿੱਚ ਦਿੱਤਾ ਗਿਆ ਹੈ। ਇਸ ਲਈ ਦਾਨੀਏਲ 11 ਅਧਿਆਏ ਨੂੰ ਛੱਡਦੇ ਹੋਏ ਜਿਸ ਵੱਲ ਅਸੀਂ ਫਿਰ ਮੁੜ ਕੇ ਆਵਾਂਗੇ, ਮੈਂ ਚਾਹੁੰਦਾ ਹਾਂ ਕੁਝ ਦੇਰ ਪ੍ਰਕਾਸ਼ ਦੀ ਪੋਥੀ ਵਿੱਚ ਝਾਤੀ ਮਾਰੀਏ। ਚੰਗਾ ਹੋਵੇਗਾ ਕਿ ਤੁਸੀਂ ਪ੍ਰਕਾਸ਼ ਦੀ ਪੋਥੀ ਵਿੱਚ ਆਪਣਾ ਅੰਗੂਠਾ ਰੱਖੋ, ਕਿਉਂਕਿ ਅਸੀਂ ਮੁੜ ਕੇ ਫਿਰ ਇਹ ਹੋਰ ਬੰਦ ਵੱਲ ਆ ਰਹੇ ਹਾਂ। ਪ੍ਰਕਾਸ਼ ਦੀ ਪੋਥੀ 16 ਅਧਿਆਏ 13 ਵਚਨ ਤੋਂ ਲੈ ਕੇ 16 ਵਚਨਾਂ ਤੱਕ ਇਸ ਅੰਤ ਦੇ ਸਮੇਂ ਦੇ ਯੁੱਧ ਸੰਬੰਧੀ ਸਾਨੂੰ ਜਾਣਕਾਰੀ ਦਿੰਦੀਆਂ ਹਨ। ਅਜਗਰ ਦੇ ਮੂੰਹ ਵਿੱਚੋਂ ਅਤੇ ਉਸ ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਜਿਹੇ 3 ਭ੍ਰਸ਼ਟ ਆਤਮਾ ਨਿਕਲਦੇ ਵੇਖੇ, ਕਿਉਂ ਜੋ ਇਹ ਨਿਸ਼ਾਨ ਵਿਖਾਉਣ ਵਾਲੇ ਭੂਤਾਂ ਦੇ ਆਤਮਾ ਹਨ, ਜਿਹੜੇ ਸਾਰੇ ਜਗਤ ਦਿਆਂ ਰਾਜਿਆਂ ਕੋਲ ਜਾਂਦੇ ਹਨ, ਭਾਈ ਉਹਨਾਂ ਨੂੰ ਪਰਮੇਸ਼ਰ ਸਰਬਸ਼ਕਤੀਮਾਨ ਦੇ ਉਸ ਵੱਡੇ ਦਿਹਾੜੇ ਦੇ ਯੁੱਧ ਲਈ ਇਕੱਠਾ ਕਰਨ। ਵੇਖੋ, ਮੈਂ ਚੋਰ ਵਾਂਗੂ ਆਉਂਦਾ ਹਾਂ। ਧੰਨ ਉਹ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਵਸਤਰ ਦੀ ਚੌਕਸੀ ਕਰਦਾ ਹੈ, ਭਾਈ ਉਹ ਨੰਗਾ ਨਾ ਫਿਰੇ
ਅਤੇ ਲੋਕ ਉਹਦੀ ਸ਼ਰਮ ਨੂੰ ਵੇਖਣ। ਅਤੇ ਉਹਨਾਂ ਨੇ ਉਸ ਥਾਂ ਉਹਨਾਂ ਨੂੰ ਇਕੱਠਿਆ ਕੀਤਾ, ਜਿਹੜਾ ਇਬਰਾਨੀ ਭਾਖਿਆ ਵਿੱਚ ਹਰਮ ਗਦੋਨ ਕਰਕੇ ਸਦਾਉਂਦਾ ਹੈ। ਜਦੋਂ ਅਸੀਂ ਇਹਨਾਂ ਘਟਨਾਵਾਂ ਤੇ ਗੌਰ ਕਰਦੇ ਹਾਂ ਜੋ ਇਸ ਵੱਡੇ ਯੁੱਧ ਦੇ ਇਰਦ ਗਿਰਦ ਵਰਪਦੀਆਂ ਹਨ, ਤਾਂ ਸ਼ੁਰੂ ਵਿੱਚ ਹੀ ਮੈਂ ਤੁਹਾਨੂੰ ਇੱਕ ਕਿਸਮ ਦੀ ਉਹ ਰੂਪਰੇਖਾ ਚਾਹੁੰਦਾ ਹਾਂ ਜਿਸ ਦੇ ਅਨੁਸਾਰ ਅਸੀਂ ਚੱਲਾਂਗੇ, ਤਾਂ ਜੋ ਤੁਸੀਂ ਸਾਡੇ ਨਾਲ ਬਣੇ ਰਹੋ। ਅਸੀਂ ਇਸ ਦੇ ਨਾਲ ਨਾਲ ਹਰਮਗਦੋਨ ਦੇ ਯੁੱਧ ਤੇ ਵੀ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਅਸੀਂ ਹਰਮਗਦੋਨ ਦੇ ਯੁੱਧ ਦੀ ਤਿਆਰੀ ਤੇ ਸੰਖੇਪ ਰੂਪ ਵਿੱਚ ਚਰਚਾ ਕਰਨ ਜਾ ਰਹੇ ਹਾਂ। ਫਿਰ ਅਸੀਂ ਹਰਮਗਦੋਨ ਦੇ ਯੁੱਧ ਦੀ ਥਾਂ, ਹਰਮਗਦੋਨ ਦੇ ਯੁੱਧ ਦੇ ਮਕਸਦ, ਹਰਮਗਦੋਨ ਦੇ ਯੁੱਧ ਵਿੱਚ ਹਿੱਸਾ ਲੈਣ ਵਾਲਿਆਂ ਅਤੇ ਆਖਿਰ ਵਿੱਚ ਹਰਮਗਦੋਨ ਦੇ ਯੁੱਧ ਦੇ ਕਰਮ ਕਾਜ ਬਾਰੇ ਵੇਖਾਂਗੇ। ਨੰਬਰ 1, ਹਰਮਗਦੋਨ ਦੇ ਯੁੱਧ ਦੀ ਤਿਆਰੀ। ਆਓ ਸਭ ਤੋਂ ਪਹਿਲਾਂ ਹਰਮਗਦੋਨ ਦੇ ਯੁੱਧ ਦੀ ਤਿਆਰੀ ਤੇ ਨਜ਼ਰ ਮਾਰੀਏ। ਬਾਈਬਲ ਸਿਖਾਉਂਦੀ ਹੈ ਕਿ ਇਸ ਸੰਸਾਰ ਵਿੱਚ ਕਲੀਸਿਆ ਦੇ ਉਠਾਏ ਜਾਣ ਤੋਂ ਤੁਰੰਤ ਬਾਅਦ ਇੱਥੇ ਇਸ ਧਰਤੀ ਤੇ ਕਸ਼ਟ ਦਾ ਸਮਾਂ ਸ਼ੁਰੂ ਹੋ ਜਾਵੇਗਾ। ਸਭ ਤੋਂ ਪਹਿਲਾਂ ਸ਼ੈਤਾਨੀ ਤਾਕਤਾਂ ਦੇ ਵਿਰੋਧ ਅਤੇ ਇਸਰਾਏਲ ਕੌਮ ਦੇ ਸਤਾਅ ਨਾਲ ਇਸ ਵੱਡੇ ਯੁੱਧ ਲਈ ਮੰਚ ਤਿਆਰ ਹੋ ਚੁੱਕਾ ਹੈ। ਜਦੋਂ ਕਲੀਸਿਆ ਇੱਥੋਂ ਉਠਾ ਲਈ ਜਾਵੇਗੀ ਅਤੇ ਪਵਿੱਤਰ ਆਤਮਾ ਵੀ ਹਟਾ ਲਿਆ ਜਾਵੇਗਾ, ਇਸ ਭਾਵ ਵਿੱਚ ਕਿ ਇਸ ਸੰਸਾਰ ਵਿੱਚ ਉਹ ਬੁਰਾਈ ਨੂੰ ਰੋਕਣ ਵਾਲਾ ਪ੍ਰਭਾਵ ਹੈ ਅਤੇ ਉਸ ਨੂੰ ਹਟਾ ਲਿਆ ਗਿਆ, ਕਿਉਂਕਿ ਉਹ ਇਸ ਸੰਸਾਰ ਵਿੱਚੋਂ ਮਸੀਹੀ ਲੋਕਾਂ ਦੇ ਰੂਪ ਵਿੱਚ ਜਾਂਦਾ ਹੈ ਜਿਨ੍ਹਾਂ ਵਿੱਚ ਉਹ ਵੱਸਦਾ ਹੈ, ਤਾਂ ਇਹ ਸੰਸਾਰ ਇੱਕ ਨਰਕ ਬਣ ਜਾਵੇਗਾ। ਪਰ ਇਸ ਸੱਚ ਤੋਂ ਇਲਾਵਾ ਪ੍ਰਕਾਸ਼ ਦੀ ਪੋਥੀ 12 ਅਧਿਆਇ 13 ਵਚਨ ਸਾਨੂੰ ਦੱਸਦਾ ਹੈ ਕਿ ਜਾਂ ਉਸ ਅਜਗਰ ਨੇ ਡਿੱਠਾ, ਭਾਈ ਮੈਂ ਧਰਤੀ ਉੱਤੇ ਸੁੱਟਿਆ ਗਿਆ ਹਾਂ, ਤਾਂ ਉਸ ਇਸਤਰੀ ਦੇ ਮਗਰ ਪਿਆ ਜਿਹੜੀ ਉਹ ਮੁੰਡਾ ਜਣੀ ਸੀ, ਜੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸਰਾਏਲ ਕੌਮ ਦੇ ਉਸ ਦੇ ਸਤਾਅ ਦਾ ਹਵਾਲਾ ਹੈ, ਜਿਹੜੀ ਸਾਡੇ ਪ੍ਰਭੂ ਯਿਸੂ ਦੇ ਜਨਮ ਦੀ ਜ਼ਿੰਮੇਵਾਰ ਹੈ। ਕਸ਼ਟ ਦੇ ਸਮੇਂ ਦੇ ਅੱਧ ਵਿਚਾਲੇ ਯਹੂਦੀਆਂ ਨੂੰ ਸਤਾਉਣ ਦਾ ਸ਼ੈਤਾਨ ਦਾ ਮਕਸਦ ਉਸ ਮੌਕੇ ਨੂੰ ਤਬਾਹ ਕਰਨਾ ਹੈ ਜੋ ਯਿਸੂ ਕੋਲ ਯਹੂਦੀਆਂ ਨਾਲ ਰਾਜ ਕਰਨ ਲਈ ਸੀ ਅਤੇ ਯਹੂਦੀਆਂ ਕੋਲ ਯਿਸੂ ਨਾਲ ਰਾਜ ਕਰਨ ਲਈ ਸੀ। ਸ਼ੈਤਾਨ ਦਾ ਮਕਸਦ ਸੀ ਯਹੂਦੀ ਲੋਕਾਂ ਨੂੰ ਰਾਜ ਕਾਇਮ ਹੋਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰਨਾ, ਅਤੇ ਇਸ ਲਈ ਯਹੂਦੀ ਕੌਮ ਦਾ ਨਾਸ਼ ਕਰਨ ਲਈ ਉਸ ਦੀਆਂ ਕੋਸ਼ਿਸ਼ਾਂ ਵਿੱਚ ਇਹ ਦਰਿੰਦਾ ਸ਼ੈਤਾਨ ਦਾ ਸਾਥ ਦੇ ਰਿਹਾ ਹੈ, ਜੋ ਕਿ ਮੁੜ ਤੋਂ ਸਥਾਪਿਤ ਕੀਤੇ ਗਏ ਰੋਮੀ ਸਮਰਾਟ ਦਾ ਪ੍ਰਧਾਨ ਅਤੇ ਝੂਠੇ ਨਬੀ ਅਤੇ ਵੱਡੀ ਧਾਰਮਿਕ ਵਿਵਸਥਾ ਦਾ ਮੁਖੀ ਹੈ। ਇੱਥੇ 16ਵੇਂ ਅਧਿਆਇ ਦੀ 13 ਐਤ ਵਿੱਚ ਭ੍ਰਸ਼ਟ ਤ੍ਰਿਏਕਤਾ ਦਾ ਜ਼ਿਕਰ ਕੀਤਾ ਗਿਆ ਹੈ। ਅਜਗਰ ਦੇ ਮੂੰਹ ਵਿੱਚੋਂ ਅਤੇ ਉਸ ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂ ਜਿਹੇ 3 ਭ੍ਰਸ਼ਟ ਆਤਮਾ ਨਿਕਲਦੇ ਵੇਖੇ। ਦਰਿੰਦਾ ਝੂਠਾ ਨਬੀ ਅਤੇ ਅਜਗਰ ਭ੍ਰਸ਼ਟ ਤ੍ਰਿਏਕਤਾ, ਜਿਵੇਂ ਕਿ ਪਰਮੇਸ਼ਰ ਦੀ ਤ੍ਰਿਏਕਤਾ ਹੈ, ਸ਼ੈਤਾਨ ਦੀ ਵੀ ਤ੍ਰਿਏਕਤਾ ਹੈ। ਉਸ ਭ੍ਰਸ਼ਟ ਤ੍ਰਿਏਕਤਾ ਨੂੰ ਇਸ ਧਰਤੀ ਤੇ ਉਸ ਸਮੇਂ ਦੌਰਾਨ, ਜਿਸ ਨੂੰ ਅਸੀਂ ਕਸ਼ਟ ਦੇ ਸਮੇਂ ਵਜੋਂ ਜਾਣਦੇ ਹਾਂ, ਆਜ਼ਾਦ ਕਰ ਦਿੱਤਾ ਜਾਵੇਗਾ। ਉਹ ਇਕੱਠੇ ਮਿਲ ਕੇ ਇਸਰਾਏਲ ਕੌਮ ਤੇ ਆਪਣਾ ਕ੍ਰੋਧ ਪ੍ਰਗਟ ਕਰਨਗੇ ਅਤੇ ਆਉਣ ਵਾਲੇ ਯੁੱਧ ਲਈ ਰਾਸਤਾ ਤਿਆਰ ਕਰਨਗੇ। ਜੇ ਅਸੀਂ ਪਿੱਛੇ ਜਾ ਕੇ ਇਸ ਘਟਨਾ ਦੀ ਤਿਆਰੀ ਬਾਰੇ ਸੋਚੀਏ, ਸਗੋਂ ਦਾਨੀਏਲ ਦੇ ਕਿਤਾਬ ਦਾ ਸੰਦਰਭ ਵਿੱਚ ਅਸੀਂ ਯਾਦ ਕਰ ਸਕਦੇ ਹਾਂ ਕਿ ਜੋ ਅਸੀਂ ਸਿੱਖ ਰਹੇ ਹਾਂ ਉਹੀ ਸਾਨੂੰ ਦਾਨੀਏਲ ਦੀ ਕਿਤਾਬ ਸਿਖਾ ਰਹੀ ਹੈ ਕਿ ਪਰਮੇਸ਼ਰ ਨੇ ਹਾਲੇ ਤੱਕ ਇਸਰਾਏਲ ਦੇ ਲੋਕਾਂ ਨੂੰ ਉਹਨਾਂ ਦੀ ਅਣਆਗਿਆਕਾਰੀ ਲਈ ਪੂਰੀ ਸਜ਼ਾ ਨਹੀਂ ਦਿੱਤੀ ਹੈ। ਯਾਦ ਕਰੋ, ਜਦੋਂ ਦਾਨੀਏਲ ਨੇ 10 ਅਧਿਆਏ ਵਿੱਚ ਆਪਣੀ ਪ੍ਰਾਰਥਨਾ ਕੀਤੀ ਅਤੇ ਉਸ ਨੇ ਬਾਬਲ ਵਿੱਚ ਆਪਣੀ ਗੁਲਾਮੀ ਨੂੰ ਖਤਮ ਹੁੰਦੇ ਵੇਖਿਆ, ਅਤੇ ਉਸ ਨੇ ਕਲਪਨਾ ਕੀਤੀ ਕਿਉਂਕਿ 70 ਸਾਲ ਪੂਰੇ ਹੋ ਗਏ ਸਨ, ਇਸ ਲਈ ਛੇਤੀ ਹੀ ਇਸਰਾਏਲ ਕੌਮ ਨੂੰ ਇਸ ਦੇਸ਼ ਦੇ ਮਹਿਮਾ ਵਾਲੇ ਥਾਂ ਤੋਂ ਮੁੜ ਬਹਾਲ ਕੀਤਾ ਜਾਵੇਗਾ। ਉਸ ਨੇ ਪ੍ਰਾਰਥਨਾ ਕੀਤੀ ਅਤੇ ਗੁਲਾਮੀ ਦੇ ਸਮੇਂ ਸੰਬੰਧੀ ਪਰਮੇਸ਼ਰ ਨੇ ਉਸ ਨੂੰ ਬੁੱਧ ਦੇਣ ਲਈ ਕਿਹਾ, ਅਤੇ ਪਰਮੇਸ਼ਰ ਨੇ ਉਸ ਕੋਲ ਆਪਣੇ ਦੂਤ ਨੂੰ ਇਸ ਸੰਦੇਸ਼ ਨਾਲ ਭੇਜਿਆ ਜੋ ਅਸੀਂ ਦਾਨੀਏਲ 10 ਅਤੇ 11 ਅਧਿਆਏ ਵਿੱਚ ਪੜ੍ਹਦੇ ਹਾਂ ਅਤੇ ਅਧਿਐਨ ਕਰ ਰਹੇ ਹਾਂ। ਉਸ ਦੂਤ ਨੇ ਦਾਨੀਏਲ ਨੂੰ ਕਿਹਾ, ਯਹੂਦੀ ਲੋਕਾਂ ਤੇ ਨਿਆਂ ਹਾਲੇ ਤੱਕ ਪੂਰਾ ਨਹੀਂ ਹੋਇਆ। ਫਿਰ ਉਸ ਨੇ ਉਸ ਸੰਦੇਸ਼ ਦਾ ਭੇਤ ਖੋਲ੍ਹਿਆ ਜਿਸ ਦਾ ਅਸੀਂ ਅਧਿਐਨ ਕੀਤਾ ਹੈ
ਕਿ ਫਾਰਸੀ ਫਿਲਿਸਤੀਨ ਦੇ ਦੇਸ਼ ਨੂੰ ਲਿਤਾੜਨ ਵਿੱਚ ਸ਼ਾਮਲ ਹੋਣਗੇ। ਉਸ ਦੇ ਬਾਅਦ ਉਸ ਦੇ ਯੂਨਾਨੀ ਸਾਮਰਾਜ ਵਿੱਚ ਮਹਾਨ ਅਲੈਗਜ਼ੈਂਡਰ, ਉਸ ਦੇ ਬਾਅਦ ਮਹਾਨ ਅਤਿਕਿਓਸ ਅਤੇ ਫਿਰ ਅਤਿਕਿਓਸ ਐਫੀਨਸ ਅਤੇ ਯੂਨਾਨੀ ਸੰਸਾਰ ਅਤੇ ਫਾਰਸੀ ਸੰਸਾਰ ਅਤੇ ਆਖਰ ਵਿੱਚ ਦੇਸ਼ ਦੇ ਉੱਤਰੀ ਅਤੇ ਦੱਖਣੀ ਸਿਰਿਆ ਵਿੱਚ ਮਿਸਰੀ ਅਤੇ ਸੀਰੀਆ ਦੇ ਲੋਕ ਫਿਲਿਸਤੀਨ ਨੂੰ ਲਿਤਾੜਨਗੇ। ਜਥਾਰਤ ਰੂਪ ਵਿੱਚ ਉਸ ਨਬੂਵਤ ਨੂੰ ਪੂਰਾ ਕਰਦਿਆਂ ਜੋ ਕਹਿੰਦੀ ਹੈ, ਇਸਰਾਇਲ ਦੀ ਧਰਤੀ ਨੂੰ ਪਰਾਈਆਂ ਕੌਮਾਂ ਪੈਰਾਂ ਹੇਠ ਲਿਤਾੜਨਗੀਆਂ, ਜੋ ਅੱਜ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ। ਪਰਮੇਸ਼ਰ ਕਹਿੰਦਾ ਹੈ ਕਿ ਫਾਰਸੀ ਸਮੇਂ ਅਤੇ ਯੂਨਾਨੀ ਸਮੇਂ ਅਤੇ ਸੀਰੀਆ ਅਤੇ ਮਿਸਰੀ ਸੰਘਰਸ਼ ਤੋਂ ਬਾਅਦ ਅਤੇ ਆਖਿਰ ਵਿੱਚ ਅੰਤਿਮ ਦੇ ਸਮੇਂ ਵਿੱਚ ਰੋਮੀ ਸਾਮਰਾਜ ਵੱਲੋਂ ਇੱਕ ਹੋਰ ਪ੍ਰਭਾਵ ਦੇਸ਼ ਤੇ ਆਵੇਗਾ, ਜਿਵੇਂ ਕਿ ਅਸੀਂ ਦਾਨੀਏਲ ਦੀ ਕਿਤਾਬ ਵਿੱਚ ਬੜੇ ਧਿਆਨ ਨਾਲ ਇਸ ਨੂੰ ਸਮਝਾਇਆ ਹੈ। ਇਹ ਰੋਮੀ ਰਾਜ ਉਹ ਹੈ ਜੋ ਹਰਮਗਦੋਨ ਦੇ ਯੁੱਧ ਦੀ ਤਿਆਰੀ ਵਿੱਚ ਹੋਵੇਗਾ। ਹਰਮਗਦੋਨ ਦੇ ਯੁੱਧ ਦੀ ਤਿਆਰੀ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਚੱਲ ਰਹੀ ਹੈ। ਆਖਰੀ ਉਲਟ ਗਿਣਤੀ ਸ਼ੁਰੂ ਹੋਣ ਤੋਂ ਸਿਰਫ ਇੱਕੋ ਹੀ ਗੱਲ ਰੋਕ ਰਹੀ ਹੈ ਅਤੇ ਉਹ ਹੈ ਕਲੀਸਿਆ ਦਾ ਉਠਾਏ ਜਾਣਾ। ਜੇ ਅੱਜ ਰਾਤ ਹੀ ਸੰਸਾਰ ਵਿੱਚੋਂ ਯਿਸੂ ਮਸੀਹ ਦੀ ਕਲੀਸਿਆ ਉਠਾ ਲਈ ਜਾਵੇ, ਉਸੇ ਵੇਲੇ ਘੜੀ ਦੀ ਸੂਈ ਚੱਲਣ ਲੱਗ ਪਵੇਗੀ ਅਤੇ ਹਰਮਗਦੋਨ ਦੇ ਯੁੱਧ ਦਾ ਕਾਰਜਕ੍ਰਮ ਸ਼ੁਰੂ ਹੋ ਜਾਵੇਗਾ। ਇਸ ਲਈ ਅਸੀਂ ਇਮਾਨਦਾਰੀ ਨਾਲ ਕਹਿ ਸਕਦੇ ਹਾਂ ਕਿ ਅਸੀਂ ਸ਼ਾਇਦ ਇਸ ਵੱਡੀ ਤਬਾਹੀ ਤੋਂ 7 ਸਾਲ ਥੋੜ੍ਹੇ ਜਿਹੇ ਜ਼ਿਆਦਾ ਸਮਾਂ ਦੂਰ ਹਾਂ। ਨੰਬਰ 2, ਹਰਮਗਦੋਨ ਦੇ ਯੁੱਧ ਦੀ ਥਾਂ। ਆਓ ਹੁਣ ਹਰਮਗਦੋਨ ਦੇ ਯੁੱਧ ਦੀ ਥਾਂ ਬਾਰੇ ਥੋੜ੍ਹੀ ਜਿਹੀ ਗੱਲ ਕਰੀਏ। ਪ੍ਰਕਾਸ਼ ਦੀ ਪੋਥੀ 16 ਅਧਿਆਇ 14 ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜਿਹੜੀ ਅਸੀਂ ਕੁਝ ਪਹਿਲਾਂ ਪੜ੍ਹੀ ਹੈ। ਬਾਈਬਲ ਵਿੱਚ ਸਿਰਫ ਇਹੋ ਹੀ ਇੱਕ ਐਤ ਹੈ ਜੋ ਉਸ ਥਾਂ ਦਾ ਯੁੱਧ ਕੇਂਦਰੀ ਥਾਂ ਵਜੋਂ ਹਵਾਲਾ ਦਿੰਦੀ ਹੈ। ਹਰਮਗਦੋਨ ਸ਼ਬਦ ਮਿਗਦੋਦ ਦੇ ਪਹਾੜ ਦਾ ਸਦਰੰਭ ਹੈ। ਉੱਤਰੀ ਫਿਲਿਸਤੀਨ ਵਿੱਚ ਇੱਕ ਭੂਗੋਲਿਕ ਥਾਂ ਇਹ ਫੈਲਿਆ ਹੋਇਆ ਮੈਦਾਨੀ ਇਲਾਕਾ ਸੀ ਜੋ ਭੂਮੱਧ ਸਾਗਰ ਤੋਂ ਫਿਲਿਸਤੀਨ ਦੇਸ਼ ਦੇ ਉੱਤਰੀ ਹਿੱਸੇ ਤੱਕ ਪਹੁੰਚਦਾ ਸੀ। ਨਪੋਲੀਅਨ ਬੈਨਪਾਰਤੇ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਕੁਦਰਤੀ ਯੁੱਧ ਦਾ ਮੈਦਾਨ ਸੀ। ਉਸ ਨੇ ਕਿਹਾ ਕਿ ਜਦ ਕਿ ਸ਼ਾਇਦ ਸਾਰੀ ਦੁਨੀਆ ਵਿੱਚ ਹੋਰ ਕਿਸੇ ਥਾਂ ਤੇ ਨਹੀਂ, ਪਰ ਇੱਥੇ ਇੱਕ ਕੁਦਰਤੀ ਅਖਾੜਾ ਹੈ ਜਿੱਥੇ ਲੜਾਈ ਲਈ ਸਾਰੀਆਂ ਫੌਜਾਂ ਇਕੱਠੀਆਂ ਹੋ ਸਕਦੀਆਂ ਹਨ। ਮੈਨੂੰ ਯਕੀਨ ਹੈ ਕਿ ਨਪੋਲੀਅਨ ਆਪਣੇ ਬਿਆਨ ਦੀ ਨਬੂਵਤੀ ਸੱਚਾਈ ਨੂੰ ਨਹੀਂ ਸਮਝਿਆ। ਇਹ ਦਿਲਚਸਪ ਹੈ ਅਤੇ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਜਦੋਂ ਅਸੀਂ ਇਸ ਯੁੱਧ, ਇਸ ਅੰਦੋਲਨ ਨੂੰ ਬਿਆਨ ਕਰਦੇ ਹਾਂ, ਅਸੀਂ ਇਹ ਸਮਝੀਏ ਕਿ ਹਰਮਗਦੋਨ ਦਾ ਯੁੱਧ ਮਿਗਦੋਦ ਦੇ ਮੈਦਾਨੀ ਇਲਾਕੇ ਤੱਕ ਹੀ ਸੀਮਤ ਨਹੀਂ ਸੀ। ਜਦੋਂ ਤੁਸੀਂ ਬਾਈਬਲ ਦੀ ਨਬੂਵਤ ਦਾ ਅਧਿਐਨ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਹਰਮਗਦੋਨ ਦਾ ਯੁੱਧ ਫਿਲਿਸਤਾਨ ਦੇ ਪੂਰੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਹੋਇਆ ਸੀ। ਉਦਾਹਰਨ ਲਈ ਜੋਇਲ 3 ਅਧਿਆਇ 2 ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਇਹ ਯੁੱਧ ਯਹੋਸ਼ਾਫਾਟ ਦੀ ਖੱਡ ਵਿੱਚ ਲੜਿਆ ਜਾ ਰਿਹਾ ਹੈ, ਜੋ ਕਿ ਯਰੂਸ਼ਲਮ ਦੇ ਪੂਰਬ ਵੱਲ ਫੈਲਿਆ ਹੋਇਆ ਇਲਾਕਾ ਹੈ। ਯਸ਼ਾਇਆ 34 ਅਤੇ 63 ਵਿੱਚ ਅਸੀਂ ਵੇਖਦੇ ਹਾਂ ਕਿ ਪ੍ਰਭੂ ਅਦੋਮ ਜਾਂ ਇਦੋਮੀਆਂ ਵਿੱਚੋਂ ਆ ਰਿਹਾ ਹੈ, ਜੋ ਯਰੂਸ਼ਲਮ ਦੇ ਦੱਖਣ ਵਿੱਚ ਹੈ। ਜਦੋਂ ਉਹ ਨਿਆਂ ਲਈ ਪਰਤਦਾ ਹੈ, ਜ਼ਕਰੀਆ ਯਰੂਸ਼ਲਮ ਨੂੰ ਹਰਮਗਦੋਨ ਦੇ ਯੁੱਧ ਦਾ ਕੇਂਦਰ ਆਖਦਾ ਹੈ। ਇਸ ਲਈ ਹਾਲੇ ਕਿ ਅਸੀਂ ਹਰਮਗਦੋਨ ਸ਼ਬਦ ਵਰਤਦੇ ਹਾਂ ਅਤੇ ਯੁੱਧ ਨੂੰ ਮਿਗਦੋਦ ਦੇ ਮੈਦਾਨੀ ਇਲਾਕੇ ਤੱਕ ਸੀਮਤ ਕਰਦੇ ਹਾਂ, ਪਵਿੱਤਰ ਵਚਨ ਸਾਨੂੰ ਸਿਖਾਉਂਦਾ ਹੈ ਕਿ ਯਥਾਰਥ ਰੂਪ ਵਿੱਚ ਹਰਮਗਦੋਨ ਦੇ ਯੁੱਧ ਨਾਲ ਫਿਲਿਸਤੀਨ ਦੀ ਸਾਰੀ ਧਰਤੀ ਲੜਾਈ ਅਤੇ ਬਹਾਏ ਹੋਏ ਲਹੂ ਨਾਲ ਭਰ ਜਾਵੇਗੀ। ਅਸਲ ਵਿੱਚ ਪਵਿੱਤਰ ਵਚਨ ਦਾ ਇੱਕ ਬਹੁਤ ਹੀ ਦਿਲਚਸਪ ਬੰਦ ਹੈ ਜੋ ਸਾਨੂੰ ਪ੍ਰਕਾਸ਼ ਦੀ ਪੋਥੀ ਦੇ 14ਵੇਂ ਅਧਿਆਇ ਸਿਖਾਉਂਦਾ ਹੈ। ਜੇ ਤੁਸੀਂ ਹਾਲੇ ਵੀ ਪ੍ਰਕਾਸ਼ ਦੀ ਪੋਥੀ ਵਿੱਚ ਹੋ ਤਾਂ 2 ਸਫ਼ੇ ਪਿੱਛੇ ਜਾਓ ਅਤੇ ਪ੍ਰਕਾਸ਼ ਦੀ ਪੋਥੀ 14 ਅਧਿਆਇ 20 ਤੇ ਧਿਆਨ ਦਿਓ। ਅਤੇ ਉਹ ਚਬੂਚਾ ਨਗਰੀ ਦੇ ਬਾਹਰ ਲਿਤਾੜਿਆ ਗਿਆ ਅਤੇ ਚਬੂਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੋੜੀ ਕੋਈ 150 ਕੋਹਾਂ ਤੱਕ ਲਹੂ ਵਗਿਆ। ਪਵਿੱਤਰ ਵਚਨ ਸਾਨੂੰ ਸਿਖਾਉਂਦਾ ਹੈ ਕਿ ਇਸ ਭਿਅੰਕਰ ਯੁੱਧ ਦੌਰਾਨ ਇੰਨਾ ਲਹੂ ਵਹਾਇਆ ਜਾਵੇਗਾ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਲਹੂ ਜਿਹੜਾ ਵਹਾਇਆ ਜਾਵੇਗਾ ਅਸਲ ਵਿੱਚ ਘੋੜਿਆਂ ਦੀਆਂ ਲਗਾਮਾਂ ਤੋੜੀ ਪੁੱਜੇਗਾ। ਪਵਿੱਤਰ ਵਚਨ ਕਹਿੰਦਾ ਹੈ ਇਹ ਲਹੂ 150 ਕੋਹ ਤੱਕ ਬਹੇਗਾ ਅਤੇ ਜੇ ਤੁਸੀਂ ਅੱਜ ਦੇ ਸ਼ਬਦਾਂ ਵਿੱਚ ਇਸ ਦਾ ਅਨੁਵਾਦ ਕਰੋਗੇ ਤਾਂ 150 ਕੋਹ ਲਗਭਗ 200 ਮੀਲ ਹੋ ਜਾਂਦੇ ਹਨ।
ਜੇ ਤੁਸੀਂ ਫਿਲਿਸਤੀਨ ਦੇ ਦੇਸ਼ ਵਿੱਚ ਜਾਓ ਅਤੇ ਤੁਸੀਂ ਦੇਸ਼ ਦੇ ਉੱਤਰੀ ਸਿਰੇ ਵਿੱਚ ਜਾਓ ਅਤੇ ਤੁਸੀਂ ਦੇਸ਼ ਦੇ ਦੱਖਣੀ ਸਿਰੇ ਵੱਲ ਜਾਓ ਤੇ ਤੁਹਾਨੂੰ ਪਤਾ ਲੱਗੇਗਾ ਕਿ ਫਿਲਿਸਤੀਨ ਲੰਬਾਈ ਵਿੱਚ ਲਗਭਗ 200 ਮੀਲ ਹੈ। ਸਾਰ ਵਿੱਚ ਪ੍ਰਕਾਸ਼ ਦੀ ਪੋਥੀ ਜੋ ਸਾਨੂੰ ਹਰਮਗਦੋਨ ਦੇ ਯੁੱਧ ਬਾਰੇ ਸਿਖਾਉਂਦੀ ਹੈ ਉਹ ਇਹ ਹੈ ਕਿ ਸਾਰਾ ਫਿਲਿਸਤੀਨ ਦੇਸ਼ ਭਰ ਜਾਵੇਗਾ। ਇਹ ਕੋਈ ਇਕਲੌਤਾ ਯੁੱਧ ਨਹੀਂ ਹੈ ਜੋ ਇੱਕ ਪਲ ਵਿੱਚ ਸ਼ੁਰੂ ਹੋਵੇਗਾ ਅਤੇ ਖਤਮ ਹੋ ਜਾਵੇਗਾ। ਸਾਨੂੰ ਯਥਾਰਥ ਰੂਪ ਵਿੱਚ ਇਸ ਘਟਨਾ ਦਾ ਹਰਮਗਦੋਨ ਦਾ ਅੰਦੋਲਨ ਜਾਂ ਹਰਮਗਦੋਨ ਦੇ ਯੁੱਧ ਵਜੋਂ ਹਵਾਲਾ ਦੇਣਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਵੱਖ-ਵੱਖ ਲੜਾਈਆਂ ਅਤੇ ਅੰਤ ਦੇ ਸਮੇਂ ਵਿੱਚ ਮਾਮੂਲੀ ਝੜਪਾਂ ਹੋਣਗੀਆਂ। ਨੰਬਰ 3, ਹਰਮਗਦੋਨ ਦੇ ਯੁੱਧ ਦਾ ਮਕਸਦ। ਇਹ ਸਾਨੂੰ ਤੀਜੀ ਗੱਲ ਅਰਥਾਤ ਹਰਮਗਦੋਨ ਦੇ ਯੁੱਧ ਦੇ ਮਕਸਦ ਵੱਲ ਲੈ ਕੇ ਆਉਂਦਾ ਹੈ। ਕੋਈ ਵੀ ਇਸ ਭਿਆਨਕ ਘਟਨਾ ਬਾਰੇ ਨਹੀਂ ਪੜ੍ਹ ਸਕਦਾ ਅਤੇ ਉਸ ਦਾ ਵਰਣਨ ਨਹੀਂ ਕਰ ਸਕਦਾ, ਜਿਸ ਦਾ ਮੈਂ ਪਹਿਲਾਂ ਹੀ ਘੋੜਿਆਂ ਦੀਆਂ ਲਗਾਮਾਂ ਤੋੜੀ, ਲਹੂ ਬਹਿ ਕੇ ਪੁੱਜਣ ਦਾ ਵਰਣਨ ਕਰ ਚੁੱਕਾ ਹਾਂ ਅਤੇ ਹੋਰ ਵੀ ਕੁਝ ਵਰਣਨਾਤਮਕ ਸ਼ਬਦ ਹਨ ਜਿਨ੍ਹਾਂ ਵਿੱਚ ਅਸੀਂ ਬਾਅਦ ਵਿੱਚ ਜਾਵਾਂਗੇ। ਕੋਈ ਵੀ ਇਸ ਨੂੰ ਇਹਨਾਂ ਸਵਾਲਾਂ ਤੋਂ ਬਿਨਾਂ ਨਹੀਂ ਪੜ੍ਹ ਸਕਦਾ। ਪਰਮੇਸ਼ਰ ਇਸ ਸੰਸਾਰ ਵਿੱਚ ਕਿਸ ਕਿਸਮ ਦਾ ਲਹੂ ਬਹਿਣ ਦੇਵੇਗਾ? ਇਹ ਕਿਉਂ ਹੈ ਕਿ ਇਹੋ ਜਿਹਾ ਭਿਆਨਕ ਵਿਸ਼ਵ ਯੁੱਧ ਹੋਵੇਗਾ? ਇਹ ਸੰਭਵ ਕਾਰਨ ਕਿਉਂ ਹੈ ਕਿ ਪਰਮੇਸ਼ਰ ਇਸ ਦੁਨੀਆ ਦਾ ਇਸ ਤਰ੍ਹਾਂ ਅੰਤ ਹੋਣ ਦੇ ਸਕਦਾ ਸੀ? ਜਿਵੇਂ ਕਿ ਹੁਣ ਅਸੀਂ ਜਾਣਦੇ ਹਾਂ, ਹਰਮਗਦੋਨ ਦੇ ਅੰਦੋਲਨ ਦੀ ਤਬਾਹੀ ਨਾਲ। ਅਸੀਂ ਇਸ ਸੱਚ ਤੇ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਇਹ ਇਸਰਾਏਲ ਦੇ ਲੋਕਾਂ ਤੇ ਪਰਮੇਸ਼ਰ ਦੇ ਗੁੱਸੇ ਦਾ ਸਮੇਂ ਹੈ। ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਮਸੀਹ ਨੂੰ ਰੱਦ ਕਰ ਦਿੱਤਾ ਸੀ ਅਤੇ ਮੁੜ ਕੇ ਪਰਤਣ ਦੇ ਬਾਰ-ਬਾਰ ਮੌਕੇ ਦਿੱਤੇ ਜਾਣ ਦੇ ਬਾਵਜੂਦ ਵੀ ਪਰਮੇਸ਼ਰ ਦੇ ਨਿਆਂ ਤੇ ਕੰਨ ਲਾਉਣ ਵਿੱਚ ਨਾਕਾਮਯਾਬ ਰਹੇ। ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਦਾਨੀਏਲ ਦਾ ਦਿਲ ਟੁੱਟ ਗਿਆ ਕਿਉਂਕਿ ਜਿਹੜੇ ਹੈਕਲ ਨੂੰ ਮੁੜ ਉਸਾਰਨ ਦੇ ਫਰਮਾਨ ਕਾਰਨ ਯਰੂਸ਼ਲਮ ਵਿੱਚ ਪਰਤੇ ਸਨ, ਸਿਰਫ ਥੋੜ੍ਹੇ ਸਮੇਂ ਲਈ ਸਨ, ਇਸ ਤੋਂ ਪਹਿਲਾਂ ਕਿ ਉਹ ਫਿਰ ਉਸੇ ਪਾਪ ਵਿੱਚ ਡਿੱਗ ਪਏ ਜਿਸ ਕਾਰਨ ਉਹ ਪਹਿਲਾਂ ਗੁਲਾਮੀ ਵਿੱਚ ਗਏ ਸਨ। ਜਦੋਂ ਪਰਮੇਸ਼ਰ ਨਾਲ ਉਹਨਾਂ ਦੇ ਸਬੰਧ ਦੀ ਗੱਲ ਆਉਂਦੀ ਹੈ ਤਾਂ ਯਹੂਦੀ ਲੋਕ ਢੀਠ ਅਤੇ ਬਾਗੀ ਸਨ। ਪਰਮੇਸ਼ਰ ਨੇ ਦਾਨੀਏਲ ਨਾਲ ਵਾਅਦਾ ਕੀਤਾ ਕਿ ਉਸ ਨੇ ਹਾਲੇ ਤੱਕ ਉਹਨਾਂ ਨੂੰ ਸਜ਼ਾ ਦੇਣਾ ਖਤਮ ਨਹੀਂ ਕੀਤਾ ਸੀ ਅਤੇ ਉਹਨਾਂ ਦੇ ਗੁੱਸੇ ਦਾ ਸਮਾਂ ਹਾਲੇ ਭਵਿੱਖ ਵਿੱਚ ਆਉਣਾ ਸੀ। ਅਸੀਂ ਵੱਡੇ ਕਸ਼ਟ ਦੇ ਸਮੇਂ ਨੂੰ ਯਾਕੂਬ ਦੇ ਦੁੱਖ ਦਾ ਸਮਾਂ ਆਖਦੇ ਹਾਂ। ਇਹ ਯਹੂਦੀ ਲੋਕਾਂ ਦੀ ਬਗਾਵਤ ਦੀ ਸਜ਼ਾ ਦਾ ਸਮੇਂ ਸੀ। ਫਿਰ ਇਸ ਦੇ ਨਾਲ-ਨਾਲ ਹਰਮਗਦੋਨ ਦੇ ਵੱਡੇ ਯੁੱਧ ਦੇ 3 ਹੋਰ ਕਾਰਨ ਜਿਨ੍ਹਾਂ ਤੋਂ ਤੁਹਾਨੂੰ ਜਾਣੂ ਹੋਣਾ ਚਾਹੀਦਾ ਹੈ, ਅਗਲੇ 30 ਭਾਗ ਵਿੱਚ ਅਸੀਂ ਦੇਖਾਂਗੇ। ਆਮੀਨ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 11ਵੇਂ ਅਧਿਆਇ ਦੀ 36 ਆਇਤ ਤੋਂ ਅੱਗੇ ਆਪਣੇ ਅਧਿਐਨ ਨੂੰ ਸ਼ੁਰੂ ਕਰ ਰਹੇ ਸੀ। ਸਾਡੇ ਅਧਿਐਨ ਦਾ ਮੁੱਖ ਵਿਸ਼ਾ ਜਿਸ ਦੇ ਬਾਰੇ ਅਸੀਂ ਜਾਣ ਰਹੇ ਸੀ ਉਹ ਹੈ ਹਰਮਗਦੋਨ ਦੀ ਲੜਾਈ ਬਾਰੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਸਾਰੇ ਸੂਝਵਾਨ ਲੋਕ ਇਸ ਗੱਲ ਨੂੰ ਮੰਨਦੇ ਹਨ ਕਿ ਇਹ ਸੰਸਾਰ ਸੰਘਰਸ਼ ਵੱਲ ਵੱਧਦਾ ਜਾ ਰਿਹਾ ਹੈ। ਇਸ ਸੰਘਰਸ਼ ਦੀ ਦਿਸ਼ਾ ਤਬਾਹੀ ਦੇ ਸੰਘਰਸ਼ ਦੀ ਦਿਸ਼ਾ ਹੈ। ਪ੍ਰਕਾਸ਼ ਦੀ ਪੋਥੀ ਦੇ 16 ਅਧਿਆਇ ਦੀ 13 ਤੋਂ 16 ਆਇਤਾਂ ਦੇ ਵਿੱਚ ਸਾਨੂੰ ਇਸ ਸੰਸਾਰ ਦੇ ਅੰਤ ਦੇ ਸਮੇਂ ਦੇ ਬਾਰੇ, ਉਸ ਦੇ ਯੁੱਧ ਦੇ ਬਾਰੇ ਕੁਝ ਜਾਣਕਾਰੀ ਮਿਲਦੀ ਹੈ ਅਤੇ ਇਹ ਆਖਰੀ ਯੁੱਧ ਹਰਮਗਦੋਨ ਦਾ ਯੁੱਧ ਕਹਾਂਦਾ ਹੈ। ਅਸੀਂ ਹਰਮਗਦੋਨ ਦੇ ਯੁੱਧ ਦੀ ਤਿਆਰੀ ਦੇ ਉੱਤੇ ਚਰਚਾ ਕੀਤੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜਾਣਿਆ ਕਿ ਬਾਈਬਲ ਬਾਣੀ ਦੇ ਅਨੁਸਾਰ ਜਦੋਂ ਕਲੀਸਿਆ ਇਸ ਧਰਤੀ ਦੇ ਉੱਤੋਂ ਚੁੱਕ ਲਈ ਜਾਏਗੀ ਤਾਂ ਇਸ ਸੰਸਾਰ ਦੇ ਉੱਤੇ ਬੁਰਾ ਸਮਾਂ ਸ਼ੁਰੂ ਹੋ ਜਾਏਗਾ। ਸਭ ਤੋਂ ਪਹਿਲਾਂ ਸ਼ੈਤਾਨੀ ਤਾਕਤਾਂ ਦੇ ਵਿਰੋਧ ਅਤੇ ਇਜ਼ਰਾਈਲ ਕੌਮ ਦੇ ਸਤਾਓ ਨਾਲ ਇਸ ਵੱਡੇ ਯੁੱਧ ਦੇ ਲਈ ਮੰਚ ਤਿਆਰ ਹੋ ਚੁੱਕਾ ਹੈ। ਅਸੀਂ ਪਹਿਲਾਂ ਹੀ ਇਹ ਜਾਣ ਚੁੱਕੇ ਹਾਂ ਕਿ ਕਲੀਸਿਆ ਦੇ ਸਵਰਗ ਦੇ ਵਿੱਚ ਉਠਾਏ ਜਾਣ ਤੋਂ ਬਾਅਦ ਪਵਿੱਤਰ ਆਤਮਾ ਵੀ ਇਸ ਧਰਤੀ ਦੇ ਉੱਤੇ ਨਹੀਂ ਹੋਵੇਗਾ। ਇਸ ਤਰ੍ਹਾਂ ਬੁਰਾਈ ਨੂੰ ਰੋਕਣ ਵਾਲੀਆਂ ਸ਼ਕਤੀਆਂ ਦੀ ਗੈਰ ਮੌਜੂਦਗੀ ਦੇ ਕਰਕੇ ਇਸ ਸੰਸਾਰ ਦੇ ਵਿੱਚ ਬੁਰਾਈ ਬਹੁਤ ਜ਼ਿਆਦਾ ਵੱਧ ਜਾਏਗੀ। ਅਸੀਂ ਜਾਣਿਆ ਕਿ ਪ੍ਰਕਾਸ਼ ਦੀ ਪੋਥੀ ਦੇ 16ਵੇਂ ਅਧਿਆਇ ਦੇ ਅਨੁਸਾਰ ਦਰਿੰਦਾ, ਝੂਠਾ ਨਬੀ ਅਤੇ ਅਜਗਰ ਤਿੰਨੋਂ
ਕਸ਼ਟ ਦੇ ਸਮੇਂ ਆਜ਼ਾਦੀ ਦੇ ਨਾਲ ਇਕੱਠੇ ਮਿਲ ਕੇ ਇਜ਼ਰਾਈਲ ਕੌਮ ਦੇ ਉੱਤੇ ਆਪਣਾ ਕ੍ਰੋਧ ਪ੍ਰਗਟ ਕਰਨਗੇ ਅਤੇ ਆਉਣ ਵਾਲੇ ਯੁੱਧ ਦੇ ਲਈ ਰਸਤਾ ਤਿਆਰ ਕਰਨਗੇ। ਦਾਨੀਏਲ ਦੀ ਪੁਸਤਕ ਦੇ 10ਵੇਂ ਅਤੇ 11ਵੇਂ ਅਧਿਆਇ ਦੇ ਅਨੁਸਾਰ ਯਹੂਦੀ ਲੋਕਾਂ ਤੇ ਨਿਆਏ ਹਜੇ ਪੂਰਾ ਨਹੀਂ ਹੋਇਆ। ਇੱਕ ਆਖਰੀ ਰਾਜ ਬਾਕੀ ਹੈ ਜਿਸ ਦਾ ਪ੍ਰਭਾਵ ਯਹੂਦੀਆਂ ਦੇ ਉੱਤੇ ਪਏਗਾ। ਇਹ ਰਾਜ ਉਹ ਹੈ ਜੋ ਹਰਮਗੀਦੋਨ ਦੇ ਯੁੱਧ ਦੀ ਤਿਆਰੀ ਵਿੱਚ ਹੋਏਗਾ। ਅਸੀਂ ਇਸ ਗੱਲ ਨੂੰ ਜਾਣਿਆ ਕਿ ਹਰਮਗੀਦੋਨ ਦੇ ਯੁੱਧ ਦੀ ਤਿਆਰੀ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਚੱਲ ਰਹੀ ਹੈ। ਇਸ ਯੁੱਧ ਦੇ ਹੋਣ ਦੇ ਵਿੱਚ ਜੇਕਰ ਕੋਈ ਰੁਕਾਵਟ ਹੈ ਤਾਂ ਉਹ ਇਹ ਹੈ ਕਿ ਅਜੇ ਤੱਕ ਕਲੀਸਿਆ ਸਵਰਗ ਵਿੱਚ ਨਹੀਂ ਉਠਾਈ ਗਈ ਹੈ। ਜਿਵੇਂ ਹੀ ਕਲੀਸਿਆ ਸਵਰਗ ਦੇ ਵਿੱਚ ਚੁੱਕ ਲਈ ਜਾਏਗੀ, ਹਰਮਗੀਦੋਨ ਦੇ ਯੁੱਧ ਦਾ ਕਾਰਜਕ੍ਰਮ ਸ਼ੁਰੂ ਹੋ ਜਾਏਗਾ। ਇਸ ਤੋਂ ਬਾਅਦ ਅਸੀਂ ਹਰਮਗੀਦੋਨ ਦੇ ਯੁੱਧ ਦੇ ਸਥਾਨ ਦੇ ਉੱਤੇ ਗੌਰ ਕੀਤਾ। ਅਸੀਂ ਹਰਮਗੀਦੋਨ ਦੇ ਯੁੱਧ ਦੇ ਮਕਸਦ ਨੂੰ ਜਾਣਿਆ। ਅਸੀਂ ਜਾਣਿਆ ਕਿ ਇਹ ਪਰਮੇਸ਼ਵਰ ਦਾ ਇਜ਼ਰਾਈਲ ਦੇ ਲੋਕਾਂ ਦੇ ਉੱਤੇ ਗੁੱਸੇ ਦਾ ਸਮਾਂ ਹੈ। ਇਹ ਉਹਨਾਂ ਲੋਕਾਂ ਦੇ ਉੱਤੇ ਪਰਮੇਸ਼ਵਰ ਦੇ ਨਿਆਂ ਦਾ ਸਮਾਂ ਹੈ ਜਿਨ੍ਹਾਂ ਨੇ ਮਸੀਹ ਯਿਸੂ ਦਾ ਇਨਕਾਰ ਕਰ ਦਿੱਤਾ ਸੀ। ਉਹਨਾਂ ਨੂੰ ਮੁੜ ਕੇ ਪਰਤਣ ਦੇ ਬਾਰੇ ਬਾਰ-ਬਾਰ ਮੌਕੇ ਦਿੱਤੇ ਗਏ, ਪਰ ਉਹਨਾਂ ਨੇ ਉਹਨਾਂ ਮੌਕਿਆਂ ਦਾ ਕੋਈ ਵੀ ਫਾਇਦਾ ਨਾ ਚੁੱਕਿਆ ਅਤੇ ਪਰਮੇਸ਼ਵਰ ਦੀ ਚੇਤਾਵਨੀ ਅਤੇ ਉਸ ਦੇ ਨਿਆਂ ਵੱਲ ਧਿਆਨ ਨਾ ਦਿੱਤਾ। ਦੋਸਤੋ, ਇਹ ਗੱਲ ਸੱਚੀ ਹੈ ਕਿ ਇਸ ਭਿਆਨਕ ਸਮੇਂ ਵਿੱਚ ਕਲੀਸਿਆ ਧਰਤੀ ਤੇ ਨਹੀਂ ਹੋਵੇਗੀ। ਤੁਹਾਡੇ ਲਈ ਸਾਡਾ ਸਵਾਲ ਹੈ ਕਿ ਜੇਕਰ ਅਸੀਂ ਸਵਰਗ ਦੇ ਵਿੱਚ ਚੁੱਕੀ ਜਾਣ ਵਾਲੀ ਕਲੀਸਿਆ ਦਾ ਹਿੱਸਾ ਨਹੀਂ ਹੁੰਦੇ ਤਾਂ ਸਾਡਾ ਕੀ ਬਣੇਗਾ? ਜੇਕਰ ਪ੍ਰਭੂ ਯਿਸੂ ਜੀ ਅੱਜ ਆਪਣੀ ਕਲੀਸਿਆ ਨੂੰ ਸਵਰਗ ਲੈ ਜਾਣ ਦੇ ਲਈ ਵਾਪਸ ਆ ਜਾਣ ਤਾਂ ਕੀ ਤੁਸੀਂ ਉਸ ਦੇ ਨਾਲ ਜਾਣ ਦੇ ਲਈ ਤਿਆਰ ਹੋ? ਕੀ ਸਵਰਗ ਜਾਣ ਦੇ ਲਈ ਤੁਹਾਡੀ ਤਿਆਰੀ ਪੂਰੀ ਹੈ? ਇਸ ਦੇ ਉੱਤੇ ਵਿਚਾਰ ਜ਼ਰੂਰ ਕਰਨਾ। ਦੋਸਤੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਅਧਿਐਨ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੇਖਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਵਰ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਚਨਾਂ ਦੇ ਦੁਆਰਾ ਸਾਨੂੰ ਆਖਰੀ ਦਿਨਾਂ ਦੀ ਗੱਲਾਂ ਬਾਰੇ ਦੱਸ ਰਹੇ ਹੋ। ਅੱਜ ਅਸੀਂ ਹਰਮਗੀਦੋਨ ਦੀ ਤਿਆਰੀ ਬਾਰੇ, ਉਸ ਦੇ ਸਥਾਨ ਬਾਰੇ ਜਾਣਿਆ। ਅਸੀਂ ਜਾਣਿਆ ਕਿ ਕਿਸ ਤਰ੍ਹਾਂ ਕਲੀਸਿਆ ਦੇ ਚੁੱਕ ਜਾਣ ਤੋਂ ਬਾਅਦ ਇਹ ਸਮਾਂ ਆਏਗਾ ਜਦ ਇਸ ਵੱਡੇ ਯੁੱਧ ਦੀ ਤਿਆਰੀ ਹੋਏਗੀ, ਔਰ ਇਹ ਯੁੱਧ ਦੇ ਨਾਲ ਹੀ ਭਿਆਨਕ ਮਹਾਕਲੇਸ਼ ਦਾ ਸਮਾਂ ਵੀ ਸ਼ੁਰੂ ਹੋਏਗਾ। ਪਿਤਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਮਹਾਕਲੇਸ਼ ਤੋਂ ਸਾਨੂੰ ਬਚਾਇਆ। ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਲਹੂ ਦੇ ਦੁਆਰਾ ਸਾਨੂੰ ਸੁਰੱਖਿਅਤ ਕੀਤਾ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।